ਵਿਜ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਮੁਕੇਸ਼ ਮਹਿਰਾ। ਤਾਂ ਜਿਸ ਤਰ੍ਹਾਂ ਹੀ ਕਿਸਾਨਾਂ ਦੀ ਜਿੱਤ ਹੋਈ ਤਾਂ ਕਿਸਾਨ ਲਗਾਤਾਰ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆ ਰਹੇ ਆ, ਅਰਦਾਸ ਸ਼ੁਕਰਾਨਾ ਕਰਨ ਆ ਰਹੇ ਆ। ਤਾਂ ਜਿਸ ਦੇ ਚੱਲਦੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਜੋ ਦਿੱਲੀ ਬਾਰਡਰ ਦੇ ਉੱਤੇ ਪਿਛਲੇ 1 ਸਾਲ ਤੋਂ ਡਟੀਆਂ ਹੋਈਆਂ, ਉਹ ਨਿਹੰਗ ਸਿੰਘ ਜਥੇਬੰਦੀਆਂ ਵੀ ਵੱਡੇ ਕਾਫਲੇ ਦੇ ਨਾਲ ਅੰਮ੍ਰਿਤਸਰ ਪਹੁੰਚੀਆਂ ਹੈ। ਗੋਲਡਨ ਗੇਟ ਤੇ ਉੱਤੇ ਉਹਨਾਂ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਵਾਗਤ ਕੀਤਾ ਗਿਆ। ਤਾਂ ਤਸਵੀਰ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਆ। ਵਿਰਾਸਤੀ ਮਾਰਗ 'ਚ ਨਗਰ ਕੀਰਤਨ ਜਿਹੜਾ ਹੈ, ਨਗਰ ਕੀਰਤਨ ਦੇ ਰੂਪ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਹੈ ਉਹ ਪਹੁੰਚ ਚੁੱਕੀਆਂ। ਤਾਂ ਤਸਵੀਰ ਤੁਸੀਂ ਦੂਰੋਂ ਦੇਖ ਸਕਦੇ ਹੋ। ਇਹ ਉਹ ਟਰਾਲੀ ਹੈ ਜਿਸ ਟਰਾਲੀ ਦੇ ਉੱਤੇ ਸਭ ਤੋਂ ਪਹਿਲਾਂ ਮੋਰਚਾ ਜਿਹੜਾ ਦਿੱਲੀ ਦੇ ਬਾਰਡਰ ਦੇ ਉੱਤੇ ਜਾ ਕੇ ਲੱਗਾ ਸੀ। ਤਾਂ ਜਿਹੜੀ ਪਹਿਲੀ ਸਟੇਜ ਟਰਾਲੀ ਦੇ ਉੱਤੇ ਬਣੀ ਸੀ, ਇਹ ਉਹ ਟਰਾਲੀ ਹੈ ਜਿਸ ਵਿੱਚ 5 ਪਿਆਰੇ ਨੇ ਜੋ ਕਿ ਨਗਰ ਕੀਰਤਨ ਦੀ ਅਗਵਾਈ ਕਰਦੇ ਪਏ ਆ। ਤੇ ਇਸ ਤੋਂ ਪਿੱਛੇ ਪਾਲਕੀ ਸਾਹਿਬ ਜਿਹੜਾ ਹੈ ਉਹ ਆ ਰਿਹਾ ਤੇ ਪਾਲਕੀ ਸਾਹਿਬ ਦੇ ਨਾਲ ਉਹੀ ਸੇਵਾਦਾਰ ਹੈ ਜੋ ਪਹਿਲੇ 1 ਸਾਲ ਤੋਂ ਉੱਥੇ ਸੰਘਰਸ਼ 'ਚ ਡਟੇ ਹੋਏ ਸੀ। ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤੋਂ ਪਿੱਛੇ ਨਿਹੰਗ ਸਿੰਘ ਜਥੇਬੰਦੀਆਂ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਆ ਰਹੀਆਂ ਹੈ। ਤਾਂ ਪਹਿਲੇ ਗੱਤਕਾਬਾਜੀ ਨਿਹੰਗ ਸਿੰਘਾਂ ਵੱਲੋਂ ਅੱਗੇ ਕੀਤੀ ਜਾ ਰਹੀ ਸੀ। ਤਾਂ ਇੱਕ ਵੱਡਾ ਕਾਫਲਾ ਜਿਹੜਾ ਹੈ ਦਿੱਲੀ ਤੋਂ ਚੱਲਿਆ ਸੀ। ਦਿੱਲੀ ਫਤਿਹ ਮਾਰਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ, ਜੋ ਅੱਜ ਅੰਮ੍ਰਿਤਸਰ ਗੋਲਡਨ ਗੇਟ 'ਤੇ ਆਇਆ, ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਨਿਹੰਗ ਸਿੰਘਾਂ ਦਾ ਸਵਾਗਤ ਜਿਹੜਾ ਕੀਤਾ ਗਿਆ। ਇਸ ਵਿੱਚ ਦੀਪ ਸਿੱਧੂ ਬਾਈ ਹੁਣੇ ਵੀ ਮੌਜੂਦ ਹੈ, ਹੋਰ ਕਈ ਸਿੱਖ ਜਥੇਬੰਦੀਆਂ ਆਗੂ ਮੌਜੂਦ ਹੈ। ਤਾਂ ਹੋਰ ਇੱਥੇ ਬਹੁਤ ਸਾਰੇ ਜਿਹੜੇ ਆ ਸਿੱਖ ਨੌਜਵਾਨ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਆ ਮੌਜੂਦ ਹੈ। ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ। ਰਾਜਾ ਰਾਮ ਸਿੰਘ ਹੁਣੀ ਨਿਹੰਗ ਸਿੰਘ ਜਥੇਬੰਦੀ ਦੇ ਜਿਹੜੇ ਹਾਂਜੀ ਬਾਬਾ ਰਾਜਾ ਰਾਜ ਸਿੰਘ ਜੀ ਜਿਹੜੇ ਆ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਹੈ। ਤਾਂ ਦਿੱਲੀ ਮੋਰਚੇ ਦੇ ਉੱਤੇ ਡਟੇ ਹੋਏ ਸੀ। ਤਾਂ ਉਹਨਾਂ ਦੇ ਨਾਲ ਹਰਿਆਣਵੀ ਕਿਸਾਨ ਆਗੂ ਸੁਮਨ ਹੁੱਡਾ ਜਿਹੜੀ ਹੈ ਉਹ ਨਾਲ ਮੌਜੂਦ ਹੈ। ਵਾਹਿਗੁਰੂ ਤੁਰੇ ਚਲੋ ਅੱਗੇ 2 ਮਿੰਟ ਤੁਰੇ ਚਲੋ ਜੀ ਜੀ। ਤਾਂ ਚਲੋ ਅੱਗੇ ਜੀ 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 ਜੀ। ਤਾਂ ਤੁਸੀਂ ਦੇਖ ਸਕਦੇ ਹੋ ਕਿ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਉਹ ਆ ਰਹੀਆਂ ਮੋਰਚਾ ਫਤਿਹ ਕਰਕੇ। ਜੀ ਜੀ ਅਰਦਾਸ ਦਾ ਟਾਈਮ ਹੋ ਗਿਆ ਜੀ 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 ਉਹ ਅੱਗੇ ਜਾ ਕੇ ਕਰਾ ਦਿੰਦੇ ਆਜੋ ਜੀ ਜੀ। ਮੈਂ ਉਹ ਮੌਜੂਦ ਹੈ, ਗੱਲਬਾਤ ਅਸੀਂ ਉਹਨਾਂ ਨਾਲ ਵੀ ਕਰਾਂਗੇ। मैं किसानी मोर्चा फतेह करके आए जी, की कहना रहोगे किसानी आंदोलन? बिल्कुल संपर्क में रहेंगे जी, शुरू से संपर्क में थे और आगे भी हमेशा। धक्के ना मारो और धक्के क्यों मर जाते हो यार, तुसी तो बंदे वाले काम क्यों नहीं करते हैगे? अच्छा अपने चलो यार, की कहना चाहोगे किसानी मोर्चा फतेह करके पंजाब अमृतसर? आप सबके माध्यम से पूरे हरियाणा, पंजाब और पूरे देश के किसानों को धन्यवाद करना चाहेंगे जिन्होंने हमें हमारा साथ दिया और आज पहुंचे हैं गुरुद्वारा साहिब में मत्था टेकने के लिए, वाहिगुरु का आशीर्वाद लेने के लिए। तो वाहिगुरु की कृपा हमारे ऊपर ऐसे ही हमेशा बनी रहे। धन्यवाद। 1 साल में बहुत उतार चढ़ाव आंदोलन में देखने को मिला, बहुत सारे मामले दर्ज आप पर भी हुए थे। हाँ जी, मामले नहीं थे, वो हमारे स्टार थे। हमने कोई गलत काम नहीं किया था, हमने किसानी के लिए लड़ाई की थी और वो लड़ाई लड़ना हमारा हक है, उसमें चाहे हमें मौत भी मिले तो मंजूर है। गुरु साहब ने, गुरु रामदास महाराज ने किरपा की, ਅਸੀਂ ਉਹਦਾ ਸ਼ੁਕਰਾਨਾ ਕਰਨ ਵਾਸਤੇ ਆਏ ਆ। ਸਾਰੀਆਂ ਨਿਰਾਸ਼ਾ ਸਭ ਦੇ ਮਨਾਂ ਦੇ ਵਿੱਚ ਨਿਰਾਸ਼ਾ ਚੱਲ ਰਹੀ ਸੀ। ਗੁਰੂ ਨਾਨਕ ਨੇ ਜੋਤ ਜਗਾਤੀ ਆ, ਮੋਰਚਾ ਫਤਿਹ ਹੋਇਆ। ਖਾਲਸਾ ਪੰਥ ਨੇ 20ਵੀਂ ਵਾਰੀ ਇਹ ਮੋਰਚਾ ਫਤਿਹ ਕਰਕੇ ਅੱਜ ਫਿਰ ਜਿਵੇਂ ਬਾਬਾ ਬਗੇਲ ਸਿੰਘ ਹੋਣੀ ਦਿੱਲੀ ਨੂੰ ਜਿੱਤ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਆਏ ਸੀ, ਅੱਜ ਫਿਰ ਖਾਲਸਾ ਪੰਥ ਨੇ ਇਤਿਹਾਸ ਦੁਹਰਾਇਆ। ਬਾਬੇ ਬਗੇਲ ਸਿੰਘ ਦੇ ਵਾਰਸ ਨੇ, ਕਿਸਾਨ ਮਜ਼ਦੂਰ ਖਾਲਸਾ ਪੰਥ ਉਹੀ ਹੈ। ਤੇ ਅਸੀਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਉਹਨਾਂ ਦਾ ਸ਼ੁਕਰਾਨਾ ਕਰਨ ਵਾਸਤੇ ਕਿ 20ਵੀਂ ਵਾਰ ਖਾਲਸਾ ਪੰਥ ਦੀ ਜਿੱਤ ਹੋਈ ਆ। 300 ਸਾਲ ਲੱਗੇ ਜਿੱਤਾਂ ਨੂੰ ਦੇਖਣ ਵਾਸਤੇ ਆ। ਜਿਹੜੀਆਂ ਅੱਜ ਦਾ ਦਿਨ ਉਡੀਕਦੀਆਂ ਸੰਗਤਾਂ ਉਹ ਤੁਹਾਡੇ ਸਾਹਮਣੇ ਆ। ਸਾਰੇ ਕੁਛ ਸਤਿਗੁਰੂ ਮਹਾਰਾਜ ਨੇ ਬਹੁਤ ਵੱਡੀ ਕਹਿਵੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ। ਆ ਤੁਸੀਂ ਦੇਖ ਸਕਦੇ ਹੋ ਕਿਵੇਂ ਠਾਠਾ ਮਾਰਦਾ ਕਾਠਾ ਸਭ ਦੇ ਮਨਾਂ ਦੇ ਵਿੱਚ ਆਇਆ। ਇਹ ਵੱਡੀ ਜਿੱਤ ਖਾਲਸਾ ਪੰਥ ਦੀ ਕਿਸਾਨਾਂ ਤੇ ਮਜ਼ਦੂਰਾਂ ਨਾਲ ਰਲ ਕੇ ਹੋਈ ਆ। ਜੇ ਅਸੀਂ ਲੜਾਈ ਰਲ ਕੇ ਲੜੀ, ਏਕਤਾ ਦੇ ਨਾਲ, ਸੰਜਮ ਦੇ ਨਾਲ ਲੜੀ ਆ, ਤਾਂ ਅਸੀਂ ਅੱਜ ਜਿੱਤ ਪ੍ਰਾਪਤ ਕੀਤੀ ਆ। ਇਸ ਕਰਕੇ ਵੱਡੀ ਏਕੇ ਦੀ ਲੋੜ ਆ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਸਾਰੀਆਂ ਗੱਲਾਂ ਭੁਲਾ ਕੇ ਆਓ। ਜਿਵੇਂ ਆਪਾਂ ਮੋਰਚਾ ਦਿੱਤੇ ਆ, ਜਿਹੜੇ ਸਾਡੇ ਹੋਰ ਮੁੱਦੇ ਨੇ ਉਹ ਵੀ ਮਿਲ ਬੈਠ ਕੇ ਏਕੇ ਦੇ ਨਾਲ ਆਪਾਂ
ਗੁਰੂ ਰਾਮਦਾਸ ਦੇ ਚਰਨਾਂ ਤੇ ਅਰਦਾਸ ਕਰਕੇ ਉਹਨਾਂ ਨੂੰ ਹੱਲ ਕਰੀਏ ਜੀ। ਬਾਬਾ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗ ਸਕਦਾ ਹੈ ਕਿਉਂਕਿ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਵੀ ਦਿੱਲੀ 'ਚ ਕੀਤੀ ਗਈ। ਦੇਖੋ ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀਗੀ ਜਿਹੜੇ ਬੰਦੀ ਸਿੰਘ ਨੇ ਉਹਨੂੰ ਰਿਹਾ ਕਰੋ। ਹੁਣ ਵੀ ਸਾਡੀਆਂ ਮੰਗਾਂ ਚੱਲਦੀਆਂ ਨੇ ਤੇ ਉਹਨਾਂ ਨੇ ਰਿਹਾ ਵੀ ਕਰ ਦਿੱਤੇ ਆ। ਭਾਈ ਦਇਆ ਸਿੰਘ ਲਾਹੌਰੀਆ ਰਿਹਾ ਹੋ ਗਿਆ, ਭਾਈ ਹਰਨੇਕ ਸਿੰਘ ਦੀ ਭੱਪ ਦੀ ਪੱਕੀ ਰਿਹਾਈ ਹੋ ਗਿਆ, ਭਾਈ ਦਵਿੰਦਰਪਾਲ ਸਿੰਘ ਭੁੱਲਰਾ ਜਿਹੜਾ ਉਹਨਾਂ ਦੀ ਵੀ ਗੱਲ ਚੱਲਦੀ ਆ, ਉਹ ਵੀ ਹਫ਼ਤੇ ਦੇ ਅੰਦਰ ਅੰਦਰ ਵਾਪਸ ਬਾਹਰ ਆ ਸਕਦੇ ਨੇ। ਤੇ ਹੋਰ ਵੀ ਜਿਹੜੇ ਸਾਡੇ ਭਾਈ ਜਗਤਾਰ ਸਿੰਘ ਹਵਾਰਾ, ਉੱਥੇ ਤੱਕ ਸਾਨੂੰ ਆਸ ਆ ਵੀ ਉਹਨਾਂ ਦੀ ਪਰੋਲ ਹੋਊ ਜਾਂ ਉਹਨਾਂ ਦੀ ਜ਼ਮਾਨਤ ਜ਼ਰੂਰ ਹੋਊਗੀ, ਕਿਉਂਕਿ ਹੁਣ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਖਾਲਸਾ ਪੰਥ ਦੀ ਜਿੱਤ ਕੀਤੀ ਹੈ। ਇਹ ਉਹ ਖਾਲਸਾ ਜਿਹਨੇ ਵੱਡੇ ਵੱਡੇ ਮਾਰਕੇ ਮਾਰੇ ਨੇ, ਇਹ ਸਾਡੇ ਜਿੰਨੇ ਕੈਦੀ ਨੇ ਉਹ ਸਾਰੇ ਰਿਹਾ ਹੋਣਗੇ। ਅਸੀਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਰੇ ਬੰਦੀ ਸਿੰਘਾਂ ਨੂੰ, ਕਿ ਜਿਹੜੇ ਹੋਰ ਵੀ ਕੌਮਾਂ ਦੇ ਕੋਈ ਬੰਦੇ ਨੇ ਉਹਨਾਂ ਦੇ ਵੀ ਇਹ ਬੰਦੀ ਛੋੜ ਪਾਤਸ਼ਾਹ ਮਹਾਰਾਜ ਆ, ਉਹ ਆਪੇ ਸਾਰਿਆਂ ਦੀ ਬੰਦ ਖਲਾਸੀ ਕਰਾਉਣਗੇ ਜੀ। ਜੀ ਜੀ ਤਾਂ ਐਸਟੀ ਬਾਬਾ ਰਾਜ ਸਿੰਘ ਜੀ ਜੋ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਹੈ ਤੇ ਅੱਜ ਉਹ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਆ ਤੇ ਉਹਨਾਂ ਦੇ ਅੱਗੇ ਜਿਹੜਾ ਹੈ ਨਿਹੰਗ ਸਿੰਘ ਮੌਜੂਦ ਹੈ ਤੇ ਉਹਨਾਂ ਵੱਲੋਂ ਗੱਤਕੇਬਾਜ਼ੀ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਵੱਡਾ ਕਾਫਲਾ ਜਿਹੜਾ ਹੈ ਨਿਹੰਗ ਸਿੰਘਾਂ ਦਾ ਫਤਿਹ ਮਾਰਚ ਦੇ ਰੂਪ ਵਿੱਚ ਇੱਥੇ ਪਹੁੰਚਿਆ ਹੈ ਤਾਂ ਨਗਰ ਕੀਰਤਨ ਦਾ ਰੂਪ ਲੈ ਕੇ ਇੱਥੇ ਆਇਆ। ਗੋਲਡਨ ਗੇਟ ਇਹਨਾਂ ਦਾ ਸਿੱਖ ਜਥੇਬੰਦੀਆਂ ਵੱਲੋਂ ਸਵਾਗਤ ਜਿਹੜਾ ਹੈ ਉਹ ਕੀਤਾ ਗਿਆ ਸੀ। ਤਾਂ ਹੁਣ ਇੱਥੇ ਦੀਪ ਬਾਈ ਹੁਣੀ ਵੀ ਹੈ, ਦੀਪ ਸਿੱਧੂ ਹੁਣੀ ਵੀ ਹੈ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਅਤੇ ਉਹਨਾਂ ਦੇ ਵਿਚਾਰ ਵੀ ਜਾਣਦੇ ਆ ਕਿਉਂਕਿ ਬੱਬੂ ਮਾਨ ਵੱਲੋਂ ਵੀ ਬੀਤੇ ਦਿਨ ਇੱਕ ਪਾਰਟੀ ਦਾ ਐਲਾਨ ਕੀਤਾ ਗਿਆ ਤਾਂ ਦੀਪ ਸਿੱਧੂ ਹੁਣਾਂ ਦਾ ਸ਼ੁਰੂ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਸਾਨੂੰ ਰਾਜਨੀਤਿਕ ਪਾਰਟੀ ਐਲਾਨਣੀ ਚਾਹੀਦੀ ਹੈ। ਕੀ ਕਹਿਣਾ ਹੈ ਉਹਨਾਂ ਦਾ? ਤਾਂ ਇਸ ਦੇ ਨਾਲ ਹੀ ਉਹਨਾਂ ਦੇ ਨਾਲ ਬੀਬੀ ਹਰਜੀਤ ਕੌਰ ਵੀ ਮੌਜੂਦ ਹੈ ਜੋ ਕਿ ਗੁਰਨਾਮ ਸਿੰਘ ਚੜੂਨੀ ਵੱਲੋਂ ਮਿਸ਼ਨ 2022 ਦੀ ਜੋ ਸ਼ੁਰੂਆਤ ਕੀਤੀ ਗਈ ਤਾਂ ਉਸ ਦੀ ਸੇਵਾਦਾਰ ਵੀ ਅਸੀਂ ਗੱਲਬਾਤ ਇਹਨਾਂ ਨਾਲ ਕਰ ਲੈਂਦੇ ਆ। ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਆ ਕਿ ਮੋਰਚਾ ਫਤਿਹ ਕਰਕੇ ਵਾਪਸ ਆਏ ਆ, ਆਪਣੀ ਜਿੱਤ ਲੈ ਕੇ ਆਏ ਆ। ਤੇ ਬਾਕੀ ਜਿਹੜਾ ਵਾ ਮੈਂ ਇਹ ਪੱਕੀ ਜਿੱਤ ਨਹੀਂ ਮੰਨਦੀ ਹੈਗੀ। ਪੱਕੀ ਜਿੱਤ ਮੈਂ ਉਦੋਂ ਮੰਨਦੀ ਆ ਜਦੋਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਬੈਠੀਆਂ ਹੋਈਆਂ ਉਹਨਾਂ ਦਾ ਪੱਕੇ ਤੌਰ ਤੇ ਬਾਈਕਾਟ ਕਰਕੇ ਕਿਸਾਨੀ ਜਿਹੜਾ ਵਾ ਆਪਣਾ ਮਿਸ਼ਨ ਕਾਇਮ ਕਰੇ। ਆਪ ਦਾ ਹਰੇਕ ਚੀਜ਼ ਨੂੰ ਜਦੋਂ ਵੋਟ ਪਾਉਣਾ ਚਾਹੁੰਦੇ ਤੇ ਵੋਟ ਲੈਣਾ ਵੀ ਚਾਹੁੰਦੇ, ਆਪ ਦਾ ਅਧਿਕਾਰ ਕਾਇਮ ਕਰੇ। ਅਜੇ ਪੱਕੀ ਸਾਡੀ ਜਿੱਤ ਨਹੀਂ ਹੋਈ ਹੈਗੀ। ਅਜੇ ਸਿਰਫ ਇਹ ਕਾਨੂੰਨ ਜਿਹੜੇ ਸਾਡੇ ਥੋਪੇ ਗਏ ਸੀ ਸਿਰਫ ਉਹ ਵਾਪਸ ਜਿਹੜੇ ਹੋਏ ਆ ਤੇ ਅਸੀਂ ਉੱਥੇ ਸਟਿਲ ਖੜੇ ਆ। ਲੇਕਿਨ ਜਦੋਂ ਚੌਧਰੀ ਸਾਹਿਬ ਨੇ ਪਾਰਟੀ ਦੀ ਗੱਲ ਕਹੀ ਸੀ, ਇਲੈਕਸ਼ਨ ਲੜਨ ਦੀ ਗੱਲ ਕਹੀ ਸੀ, ਕਾਫੀ ਜਿਹੜਾ ਵਿਰੋਧ ਵੀ ਦੇਖਣ ਨੂੰ ਮਿਲਿਆ ਉਹਨਾਂ ਦਾ। ਲੇਕਿਨ ਹੁਣ ਕਈ ਲੋਕ ਨੇ ਜਿਹੜੇ ਆਪਣੀਆਂ ਸਿਆਸੀ ਪਾਰਟੀਆਂ ਬਣਾ ਰਹੇ ਨੇ, ਕੀ ਸਮਝਦੇ ਕਿ ਉਹਨਾਂ ਦੇ ਪਲੇਟਫਾਰਮ ਥੱਲੇ ਨਹੀਂ ਸੀ ਲੜਿਆ ਜਾ ਸਕਦਾ? ਇਹ ਤੇ ਹੁਣ ਹਰੇਕ ਦੀ ਆਪਣੀ ਆਪਣੀ ਰਾਏ ਆ ਨਾ। ਜੇ ਅਸੀਂ ਪ੍ਰਧਾਨ ਸਾਹਿਬ ਸਰਦਾਰ ਗੁਰਨਾਮ ਸਿੰਘ ਚੜੂਨੀ ਦੀ ਗੱਲ ਕਰੀਏ, ਉਹ ਸੱਚਾ ਸੁੱਚਾ ਬੰਦਾ ਵਾ। ਉਹ ਚਾਹੁੰਦਾ ਵਾ ਕਿ ਆਪਣੀ ਆਵਾਜ਼ ਚੱਕੋ। ਜੇ ਅੱਜ ਸਾਡਾ ਆਹ ਹਾਲ ਆ ਨਾ, ਇਹ ਉਹਨਾਂ ਰਾਜਨੀਤਿਕ ਪਾਰਟੀਆਂ ਦੇ ਕਰਕੇ ਸਾਡਾ ਆਹ ਹਾਲ ਆ। ਕਿੱਥੇ ਸਾਡੇ ਨਾਲ ਸਟਿਲ ਖੜੀਆਂ ਹੋਈਆਂ ਉਹ? ਅਸੀਂ ਆਪ ਹੀ ਰੁਲੇ ਆ, ਆਪ ਹੀ ਆਪਣਾ ਮੋਰਚਾ ਜਿੱਤ ਕੇ ਆਏ ਆ। ਆਮ ਇਨਸਾਨ ਹੀ ਉੱਥੇ ਗਿਆ ਵਾ। ਕਿਹੜੀ ਰਾਜਨੀਤਿਕ ਪਾਰਟੀ ਦੇ ਵਿੱਚ ਦੱਸੋ ਕਿਹੜਾ ਬੰਦਾ ਉੱਥੇ ਪੋਲੀਟੀਕਲ ਬੰਦਾ, ਐਮਐਲਏ ਲਾ ਲਓ, ਦੂਜਾ ਤੀਜਾ ਬੰਦਾ ਲਾ ਲਓ, ਕਿਹੜਾ ਬੰਦਾ ਉੱਥੇ ਜਾ ਕੇ ਸਾਡੇ ਨਾਲ ਖੜਿਆ ਵਾ? ਇਹ ਜਿੱਤ ਹੋਈ ਆ ਤੇ ਇੱਕ ਸੱਚੀ ਆਵਾਜ਼ ਦੀ ਹੋਈ ਆ। ਉਹੀ ਆਵਾਜ਼ ਸਰਦਾਰ ਗੁਰਨਾਮ ਸਿੰਘ ਚੜੂਨੀ ਚੱਕਦੇ ਪਏ ਆ। ਉਹ ਕਹਿੰਦੇ ਆ ਕਿ ਇੱਕ ਮੰਚ ਤੇ ਇਕੱਠੇ ਹੋਈਏ ਤੇ ਅਸੀਂ ਉਹ ਆਵਾਜ਼ ਬੁਲੰਦ ਕਰੀਏ ਜਿਹੜੀ ਅਸੀਂ ਦੂਸਰਿਆਂ ਦੇ ਕੋਲੋਂ ਚਾਹੁੰਦੇ ਆ ਕਿ ਵੋਟਾਂ ਦੇ ਕੇ ਅਸੀਂ ਉਹਨਾਂ ਦੀ ਸਪੋਰਟ ਮੰਗਦੇ ਆ, ਜਾ ਕੇ ਉਹਨਾਂ ਦੇ ਮਗਰ ਤੁਰੇ ਫਿਰਦੇ ਆ। ਸਾਨੂੰ ਉਹ ਤੁਰੇ ਫਿਰਨ ਦੀ ਲੋੜ ਨਹੀਂ ਹੈਗੀ। ਇਸ ਕਰਕੇ ਅਸੀਂ ਆਪ ਦਾ ਰਾਜ ਲੈ ਕੇ ਆਈਏ। ਸਿਆਸੀ ਲਾਹ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ। ਬੀਜੇਪੀ ਦੇ ਲੀਡਰ ਪਹੁੰਚੇ ਸੀ ਕਿ ਕਹਿੰਦੇ ਅਸੀਂ ਕਾਨੂੰਨ ਵਾਪਸ ਕਰ ਰਹੇ ਨੇ, 117 ਦੀਆਂ 17 ਸੀਟਾਂ ਵੀ ਜਿੱਤ ਸਕਦੇ ਆ। ਕਿਸ ਤਰ੍ਹਾਂ ਦੇਖਦੇ ਉਹਨਾਂ ਦੇ ਬਿਆਨ? ਮੈਂ ਤੇ ਇਹੀ ਗੱਲ ਕਹਾਂਗੀ ਕਿ ਬੀਜੇਪੀ ਦੇ ਬਾਰੇ ਤੇ ਗੱਲ ਹੀ ਨਾ ਕਰੋ। ਉਹਨਾਂ ਦਾ ਤੇ ਪੱਤਾ ਹੀ ਸਾਫ਼ ਆ। ਮੈਂ ਆਪਣੇ ਵਿਊ ਤੁਹਾਨੂੰ ਇਸ ਚੀਜ਼ ਦੇ ਪ੍ਰਤੀ ਦਵਾਂ ਤੇ ਦੂਸਰੀ ਗੱਲ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜੋ ਆਪਣੇ ਵਿਚਾਰ ਰੱਖਦੀ ਆ ਕਿ ਪੰਜਾਬ ਮਿਸ਼ਨ ਦੀ ਗੁਰਨਾਮ ਸਿੰਘ ਚੜੂਨੀ ਦੀ ਆਪ ਦੀ ਪਾਰਟੀ ਆ ਰਹੀ ਆ, ਠੀਕ ਆ, ਕਿਸਾਨਾਂ ਦੀ ਆਪ ਦੀ ਪਾਰਟੀ ਆ। ਅਸੀਂ ਆਪਣੀ ਪਾਰਟੀ ਜਿਹੜੀ ਉਹ ਕਾਇਮ ਕਰਾਂਗੇ। ਬਾਕੀ ਸਾਰੀ ਰਵਾਇਤੀ ਪਾਰਟੀਆਂ ਟੋਟਲ ਉਹਨਾਂ ਦਾ ਬਾਈਕਾਟ ਕਰਾਂਗੇ। ਮਜੀਠੇ ਹਲਕੇ 'ਚ ਤੁਹਾਨੂੰ ਸੇਵਾ ਮਿਲੀ ਹੋਈ ਹੈ, ਫਿਰ ਇਲੈਕਸ਼ਨ ਵੀ ਲੜੇ ਜਾਣਗੇ ਵਿਕਰਮ ਮਜੀਠੀਆ ਦੇ ਖਿਲਾਫ? ਇਹ ਤੇ ਉੱਪਰੋਂ ਹਾਈ ਕਮਾਂਡ ਤੋਂ ਡਿਊਟੀ ਜੋ ਮੇਰੀ ਲੱਗੇਗੀ ਉਸੇ ਤਰੀਕੇ ਨਾਲ ਹੀ ਮੈਂ ਜਿਹੜੀ ਸੇਵਾ ਨਿਭਾਵਾਂਗੀ। ਪਹਿਲਾਂ ਵੀ ਮੈਂ ਸੇਵਾ ਉਹਨਾਂ ਦੇ ਅਧੀਨ ਹੀ ਨਿਭਾਉਂਦੀ ਆਈ ਆ ਤੇ ਹੁਣ ਵੀ ਮੈਂ ਜੋ ਸੇਵਾ ਮੇਰੀ ਲਾਈ ਜਾਏਗੀ ਉਹੀ ਸੇਵਾ ਜਿਹੜੀ ਮੈਂ ਨਿਭਾਵਾਂਗੀ। ਜੇਕਰ ਤੁਹਾਨੂੰ ਪਹਿਲੋਂ ਮੌਕਾ ਦੇ ਦਿੱਤਾ ਜਾਂਦਾ ਤੇ ਸ਼ਾਇਦ, ਕਿਉਂਕਿ ਲੋਕ ਵਿਕਰਮ ਸਿੰਘ ਮਜੀਠੀਆ ਤੋਂ ਕਾਫੀ ਖਫਾ ਨੇ, ਕਾਂਗਰਸ ਤੋਂ ਕਾਫੀ ਖਫਾ ਨੇ, ਕਿ ਲੱਗਦਾ ਨਹੀਂ ਕਿ ਪਹਿਲੋਂ ਮੌਕਾ ਦੇ ਦੇਣਾ ਚਾਹੀਦਾ ਤੁਹਾਨੂੰ? ਮੈਂ ਤੇ ਇਹ ਗੱਲ ਕਹਿੰਦੀ ਆ, ਵੇਖੋ ਬਈ, ਜੇ ਅਸੀਂ ਵੋਟ ਦੇ ਸਕਦੇ ਆ ਤੇ ਵੋਟ ਲੈ ਕਿਉਂ ਨਹੀਂ ਸਕਦੇ? ਵੋਟ ਲੈਣ ਦਾ ਵੀ ਸਾਡੇ 'ਚ ਅਧਿਕਾਰ ਆ। ਇਹ ਜ਼ਰੂਰੀ ਤਾਂ ਨਹੀਂ ਹੈਗਾ ਵੀ ਹਾਂ ਉਹ ਜਿਹੜੇ ਪੋਲੀਟੀਕਲ ਬੰਦੇ ਪਹਿਲਾਂ ਬੈਠੇ ਹੋਏ ਆ ਉਹੀ ਪਾਰਟੀਆਂ ਤੇ ਲੜ ਸਕਦੇ ਆ ਕੇ। ਅਸੀਂ ਵੀ ਲੜ ਸਕਦੇ ਆ। ਹਰੇਕ ਬੰਦੇ ਨੂੰ ਆਪਣੀ ਆਵਾਜ਼ ਚੁੱਕਣੀ ਚਾਹੀਦੀ ਆ। ਮੈਂ ਚਾਹੁੰਦੀ ਆ ਸਮਾਜ ਸੇਵੀ
ਬੁੱਧੀਜੀਵੀ ਹਰੇਕ ਬੰਦੇ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਅੱਜ ਮੈਂ ਮੂਹਰੇ ਆ ਕੇ ਖੜੀ ਹਾਂ। ਮੈਂ ਖੁਦ ਇਸ ਚੀਜ਼ ਦਾ ਐਲਾਨ ਕਰਦੀ ਹਾਂ ਕਿ ਆਓ ਸਾਹਮਣੇ ਉਹ ਟਾਈਮ ਆ ਹੁਣ ਸਿਸਟਮ ਨੂੰ ਚੇਂਜ ਕਰਨ ਦਾ, ਨਾ ਕਿ ਇੱਕ ਚੀਜ਼ ਨੂੰ ਚੇਂਜ ਕਰਨ ਦਾ। ਬੱਬੂ ਮਾਨ ਵੱਲੋਂ ਵੀ ਪਾਰਟੀ ਬਣਾਈ ਗਈ, ਕਿਸ ਤਰ੍ਹਾਂ ਦੇਖਦੇ ਹੋ? ਬਹੁਤ ਵਧੀਆ, ਮੈਂ ਧੰਨਵਾਦ ਕਰਦੀ ਹਾਂ ਉਹਨਾਂ ਦਾ ਕਿ ਉਹਨਾਂ ਨੇ ਪਾਰਟੀ ਜਿਹੜੀ ਬਣਾਈ ਆ, ਵਧੀਆ ਰਿਸਪੌਂਸ ਮਿਲਦਾ ਪਿਆ ਵਾ ਤੇ ਗਾਂ ਵੀ ਚਲੋ ਵਧੀਆ ਨਤੀਜਾ ਰਿਜ਼ਲਟ ਵਧੀਆ ਰਹੇਗਾ। ਸਿੱਧੂ ਮੂਸੇਵਾਲੇ ਦਾ ਤੇ ਕਹਿੰਦੇ ਕਿ ਹਾਲਾਤ ਹੀ ਮਾੜੇ ਹੋਣੇ ਸ਼ੁਰੂ ਗਏ, ਲੋਕੀ ਪੋਸਟਰਾਂ ਤੇ ਕਾਲ ਕਬੂਤ ਰਹੇ ਨੇ। ਹੁਣ ਗੱਲ ਪਤਾ ਕੀ ਹੈ, ਸਿੱਧੂ ਮੂਸੇਵਾਲੇ ਦੇ ਆਪਣੇ ਵਿਊ ਆ, ਉਹ ਸਿੰਗਰ ਆ। ਹੁਣ ਇੱਕ ਸਟੇਜ ਨੂੰ ਉਹ ਮਤਲਬ ਪੋਲੀਟੀਕਲ ਲੈਵਲ ਨਾਲ ਕਿੱਦਾਂ ਕੰਪੈਰੀਜ਼ਨ ਕਰ ਲਏਗਾ? ਠੀਕ ਹੈ, ਚਾਹੇ ਸਟੇਜਾਂ ਲਾਏਗਾ ਕਿ ਹੁਣ ਆ ਕੇ ਇੱਥੇ ਪ੍ਰਚਾਰ ਕਰੇਗਾ। ਤੁਸੀਂ ਆਪ ਸਿਆਣੇ ਹੋ, ਸਟੇਜ ਵਾਲਾ ਬੰਦਾ ਇੱਥੇ ਪ੍ਰਚਾਰ ਕਿਵੇਂ ਕਰ ਸਕਦਾ ਵਾ? ਲੇਕਿਨ ਉਹ ਕਹਿੰਦੇ ਕਿ ਜਿੰਨਾ ਚਿਰ ਗੰਦ ਸਾਫ਼ ਕਰਨਾ ਵਾ ਤੇ ਵਿੱਚ ਵੜਨਾ ਪੈਂਦਾ ਵਾ, ਕਹਿੰਦੇ ਵਿੱਚ ਵੜੂੰਗਾ ਤੇ ਫੇਰ ਹੀ ਸਾਫ਼ ਕਰੂੰਗਾ। ਨਹੀਂ, ਫਿਰ ਗੰਦ ਜ਼ਿਆਦਾ ਪੈਣਾ ਵਾ, ਗੰਦ ਸਾਫ਼ ਨਹੀਂ ਹੋਣਾ ਹੈਗਾ। ਇਹ ਤੇ ਸਿਰਫ ਤੁਸੀਂ ਵਿਊ ਉਹਨਾਂ ਦੇ ਵੇਖ ਹੀ ਲਓ ਪਹਿਲਾਂ ਤੋਂ ਕੀ ਆ ਰਹੇ ਆ, ਤੇ ਬਾਕੀ ਤੁਸੀਂ ਜਾਣਦੇ, ਬਾਕੀ ਜਨਤਾ ਦੇ ਆਪਣੇ ਵਿਊ ਹੈਗੇ। ਜੇ ਜਨਤਾ ਅਜੇ ਵੀ ਨਾ ਸੁਧਰੇ ਫਿਰ ਬਹੁਤ ਮਾੜੀ ਗੱਲ ਆ। ਮੈਂ ਇਹ ਚੀਜ਼ ਚਾਹੁੰਦੀ ਆ ਕਿ ਟਾਈਮ ਆਓ ਸੁਧਰਨ ਦਾ, ਆਓ ਸਾਰੇ ਇਕੱਠੇ ਹੋਈਏ ਤੇ ਇੱਕ ਆਵਾਜ਼ ਬੁਲੰਦ ਕਰਕੇ, ਜਿਵੇਂ ਅੱਜ ਮੋਰਚਾ ਫਤਿਹ ਹੋਇਆ ਵਾ, ਸਾਡੀ ਜਿੱਤ ਹੋਈ ਆ, ਆਉਣ ਵਾਲੇ ਸਮੇਂ ਵਾਸਤੇ ਰਵਾਇਤੀ ਪਾਰਟੀਆਂ ਦਾ ਬਾਈਕਾਟ ਕਰਕੇ ਤੇ ਆਪ ਦਾ ਰਾਜ ਲੈ ਕੇ ਆਈਏ। ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਕੈਂਡੀਡੇਟ ਸਮਝਦੇ ਹੋ ਜਾਂ ਕਾਂਗਰਸ ਦੇ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਸੀਗੇ ਉਹਨਾਂ ਨੂੰ, ਜਾਂ ਭਗਵੰਤ ਸਿੰਘ ਸੱਚਰ ਨੂੰ ਆਪਣੇ ਕੰਪੀਟੀਟਰ ਸਮਝਦੇ ਹੋ ਤੁਸੀਂ ਜੇ ਮਿਲਦੀ ਹੈ ਸੀਟ ਤਾਂ? ਗੱਲ ਪਤਾ ਕੀ, ਵੇਖੋ ਮੈਂ ਤੇ ਸਿਰਫ ਇੱਕ ਸੇਵਾਦਾਰ ਹਾਂ, ਠੀਕ ਹੈ, ਪਹਿਲਾਂ ਵੀ ਸੇਵਾ ਕੀਤੀ ਆ, ਹੁਣ ਵੀ ਕਰਾਂਗੀ। ਮੈਂ ਕੰਪੀਟੀਟਰ ਆਪਣਾ ਕਿਸੇ ਨੂੰ ਨਹੀਂ ਮੰਨਦੀ, ਮੈਂ ਸੱਚੀ ਸੁੱਚੀ ਆਵਾਜ਼ ਨਾਲ ਲੜਨਾ ਵਾ। ਜੇ ਮੈਨੂੰ ਖਿਲਾਰਨਗੇ ਤੇ ਠੀਕ ਹੈ, ਮੈਂ ਉਸੇ ਤਰੀਕੇ ਨਾਲ ਹੀ ਲੜਾਂਗੀ। ਲੋਕਾਂ ਦੀ ਆਵਾਜ਼ ਹੋਣੀ ਹੈ, ਲੋਕਾਂ ਦੀ ਆਵਾਜ਼ ਮੈਂ ਚੱਕਣੀ ਹੈ, ਮੇਰੀ ਇਕੱਲੀ ਦੀ ਆਵਾਜ਼ ਨਹੀਂ ਹੋਣੀ। ਮੈਂ ਚਾਹੁੰਦੀ ਹਾਂ ਕਿ ਲੋਕੀ ਮੈਨੂੰ ਸਪੋਰਟ ਕਰਨ ਇਸ ਚੀਜ਼ ਦੇ ਵਿੱਚ। Every policy is made for corporate objective. Now if policies are made for corporate objective ਤਾਂ corporate companies ਕੀ ਚਾਹੁੰਦੀਆਂ? ਉਹਨਾਂ ਨੂੰ ਹੱਦਾਂ ਨਹੀਂ ਚਾਹੀਦੀਆਂ, ਸਰਹੱਦਾਂ ਨਹੀਂ ਚਾਹੀਦੀਆਂ। ਹੌਲੀ ਹੌਲੀ ਤੁਸੀਂ ਦੇਖੋਗੇ ਇਹ ਹੱਦਾਂ ਸਰਹੱਦਾਂ ਮਿਟ ਜਾਣਗੀਆਂ, ਕਿਉਂਕਿ ਉਹ ਇਹ ਚਾਹੁੰਦੇ ਆ ਵੀ ਸਾਡਾ ਜਿਹੜਾ ਪ੍ਰੋਡਕਟ ਆ ਉਹ ਇਕੱਲੇ ਇੰਡੀਆ 'ਚ ਕਿਉਂ ਵਿਕੇ, ਉਹ ਤਾਂ ਆਸੇ-ਪਾਸੇ ਜਾਂ ਹੋਰ ਵੀ ਪਾਸੇ ਵਿਕੇ। ਕਸਟਮ ਡਿਊਟੀ ਉਹਦੇ ਤੇ 0% ਲੱਗੇ ਤੇ ਉਹ ਫੰਡ ਕਰਦੀਆਂ ਸਰਕਾਰਾਂ ਨੂੰ, ਸਰਕਾਰ ਉਹਨਾਂ ਨੂੰ ਅਕੋਮੋਡੇਟ ਕਰਦੀ ਆ। ਸੋ ਇਹ ਤਾਂ ਇੱਕ ਕੈਪੀਟਲਿਸਟਿਕ ਵਰਲਡ ਦੀ ਇੱਕ ਲੋੜ ਬਣ ਗਈ ਆ ਵੀ ਹੱਦਾਂ ਸਰਹੱਦਾਂ ਉਹਨਾਂ ਨੂੰ ਖੋਲ੍ਹਣੀਆਂ ਪੈਣਗੀਆਂ। ਆਉਣ ਵੇਲੇ ਇਹ ਇਕਨੋਮਿਕਲ ਜਿਹੜੇ ਰੀਜ਼ਨਸ ਆ ਨਾ, ਇਹੀ ਡਰਾਈਵ ਕਰਦੇ ਆ ਹੁਣ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਨੂੰ। ਸੋ ਤੁਸੀਂ ਇਹਦੇ ਪਿੱਛੇ ਨਾ ਬੜੇ ਰੀਜ਼ਨਸ ਹੁੰਦੇ ਆ। ਜੋ ਅੱਗੇ ਚੱਲ ਰਿਹਾ ਹੁੰਦਾ ਉਹ ਪੋਲਿਟਿਕਸ ਨਹੀਂ ਹੁੰਦੀ, ਪੋਲਿਟਿਕਸ ਉਹਦੇ ਪਿੱਛੇ ਕੀ ਹੋ ਰਿਹਾ ਉਹ ਹੁੰਦੀ ਆ। ਲੇਕਿਨ ਹੁਣ ਮਜ਼ਦੂਰਾਂ ਦਾ ਕਹਿਣਾ ਇਹ ਹੈ ਕਿ ਜਦੋਂ ਨਾਰਾ ਸ਼ੁਰੂ ਕੀਤਾ ਗਿਆ ਸੀ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕੀਤੀ ਗਈ ਸੀ, ਲੇਕਿਨ ਮਜ਼ਦੂਰਾਂ ਨੂੰ ਭੁੱਲਦੇ ਗਏ ਆ। MSP ਲੈ ਲਾਂਗੇ, ਲੇਕਿਨ ਜੇਕਰ ਆਟਾ ਵੀ 200 ਰੁਪਏ ਕਿਲੋ ਹੋ ਗਿਆ ਤਾਂ ਕਹਿੰਦੇ ਅਸੀਂ ਕਿਸ ਤਰ੍ਹਾਂ ਰਵਾਂਗੇ। ਐਬਸੋਲੂਟਲੀ ਉਹੀ ਆਪਾਂ ਗੱਲ ਕਰ ਰਹੇ ਹਾਂ ਨਾ। ਇਹ ਕਹਿੰਦੇ ਕਿ ਇਹਨਾਂ ਨੂੰ ਚਾਹੀਦਾ ਸੀਗਾ ਕਿ ਮਜ਼ਦੂਰਾਂ ਦੀ ਵੀ ਨਾਲ ਜਿਹੜੀ ਸੀ ਗੱਲ ਕਰਨੀ ਚਾਹੀਦੀ। ਯੂ ਆਰ ਐਬਸੋਲੂਟਲੀ ਰਾਈਟ। ਹਜੇ ਤੱਕ ਐਕਚੁਅਲੀ ਤਾਂ ਆਪਾਂ ਦੇਖੀਏ ਤਾਂ ਕਿਸਾਨਾਂ ਦੀ ਵੀ ਨਹੀਂ ਗੱਲ ਹੋਈ। ਕਿਸਾਨਾਂ ਦੀ ਗੱਲ ਕੀ ਹੋਈ ਆ? ਆਉਣ ਵਾਲਾ ਖਤਰਾ ਸੀ ਜਿਹੜਾ, ਉਹ ਤੋਂ ਤਾਂ ਆਪਾਂ ਪਿੱਛਾ ਛਡਾ ਲਿਆ, ਪਰ ਐਜ਼ ਇਟ ਇਜ਼ ਜਿਹੜਾ ਸਾਡੇ ਕੋਲੇ ਸਟਰਕਚਰ ਸੀ, ਜਿਹੜੇ ਹਾਲਾਤ ਸੀ, ਉੱਥੇ ਕਿਸਾਨਾਂ ਦਾ ਭਲਾ ਥੋੜੀ ਹੋ ਰਿਹਾ ਸੀ, ਕਿਸਾਨਾਂ ਦਾ ਉੱਥੇ ਵੀ ਭਲਾ ਨਹੀਂ ਹੋ ਰਿਹਾ ਸੀ। ਸੋ ਹੁਣ ਲੀਡਰਸ਼ਿਪ ਤੇ ਇਹ ਰਿਸਪੌਂਸਿਬਿਲਟੀ ਬਣਦੀ ਆ ਵੀ ਲੀਡਰਸ਼ਿਪ ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਕਿਵੇਂ ਅਕੋਮੋਡੇਟ ਕਰਦੀ ਆ। ਨਵੀਂ ਜਿਹੜਾ ਪੰਜਾਬ ਪੱਖੀ ਜਾਂ ਕੋਈ ਵੀ ਸਟੇਟ ਆਪਦਾ, ਹਰਿਆਣੇ ਵਾਲੇ ਜਿਵੇਂ ਸਾਡੇ ਕੋਲੇ ਨਵੀਨ ਸਿੰਘ ਜੀ ਖੜੇ ਆ, ਹਰਿਆਣਾ ਨੂੰ ਬਿਲੋਂਗ ਕਰਦੇ ਆ। ਪੰਜਾਬ ਸੈਂਟਰਿਕ ਮਾਡਲ, ਹਰਿਆਣਾ ਸੈਂਟਰਿਕ ਮਾਡਲ ਖੇਤੀਬਾੜੀ ਤੇ ਇਹ ਲੈ ਕੇ ਆਉਣਗੇ ਕਿ ਨਹੀਂ ਸਰਕਾਰਾਂ ਤੋਂ, ਕਿ ਸੈਂਟਰਲ ਪਾਲਿਸੀਜ਼ ਹੀ ਚੱਲਣਗੀਆਂ, ਕਿ ਸਾਡੀ ਡਿਪੈਂਡੇਬਿਲਿਟੀ ਸੈਂਟਰ ਤੇ ਇਨਕਰੀਜ਼ ਹੋਊਗੀ, ਅਸੀਂ ਸੈਲਫ ਡਿਪੈਂਡੈਂਟ ਕਰਾਂਗੇ ਆਪਦੇ ਆਪ ਨੂੰ ਕਿ ਨਹੀਂ। ਇਹ ਗੱਲਾਂ ਆਉਣ ਵਾਲੇ ਸਮੇਂ 'ਚ ਹੀ ਇਹਦੇ ਜਵਾਬ ਮਿਲਣੇ ਆ। ਇਹ ਜਵਾਬ ਮਿਲ ਸਕਦੇ ਸੀ ਜੇ ਅਸੀਂ ਟੇਬਲ ਤੇ ਬੈਠੇ ਹੁੰਦੇ, ਪਰ ਉਹਨਾਂ ਨੇ ਟੇਬਲ ਤੇ ਨਹੀਂ ਬਾਇਆ। ਕਿਉਂ ਨਹੀਂ ਬਾਇਆ? ਦੇਖੋ ਕ੍ਰਿਟੀਕਲੀ ਗੱਲਾਂ ਨੂੰ ਸਮਝੋ। ਅਸੀਂ 26 ਤਰੀਕ ਤੱਕ ਕਿੱਡਾ ਤਕੜੇ ਸੀ ਜੰਗ ਦੇ ਮੈਦਾਨ 'ਚ। ਜਦੋਂ ਤੁਸੀਂ ਜੰਗ ਦੇ ਮੈਦਾਨ 'ਚ ਤਕੜੇ ਜਿੰਨੇ ਹੋਵੋਗੇ ਉਨੇ ਹੀ ਟੇਬਲ ਤੇ ਤਕੜੇ ਹੋਵੋਗੇ। 26 ਤਰੀਕ ਤੋਂ ਪਹਿਲਾਂ ਜਿੰਨੀਆਂ ਮੀਟਿੰਗਾਂ ਹੋਈਆਂ, ਬਾਰ-ਬਾਰ ਸਾਨੂੰ ਬੁਲਾਉਂਦੇ ਗਏ ਤੇ ਮੀਟਿੰਗਾਂ 'ਚ ਅਸੀਂ ਉਹਨਾਂ ਨੂੰ ਹਰਾ ਕੇ ਆਉਂਦੇ ਰਹੇ, ਕਿਉਂਕਿ ਸਾਡੇ ਗਰਾਊਂਡ ਤੇ ਅਸੀਂ ਤਕੜੇ ਸੀ। 26 ਤਰੀਕ ਤੋਂ ਬਾਅਦ ਸਾਨੂੰ ਗਦਾਰੀਆਂ ਦੇ ਸਰਟੀਫਿਕੇਟ ਦੇ ਕੇ ਤੇ ਤੁਸੀਂ ਆਪਦੇ ਹੀ ਬੰਦੇ ਉੱਥੋਂ ਕੱਢਤੇ ਤੇ ਕਮਜ਼ੋਰ ਕਰ ਲਿਆ ਮੋਰਚਾ। ਉਹਨਾਂ ਨੇ ਇੱਕ ਵੀ ਵਾਰ ਮੀਟਿੰਗ ਨਹੀਂ ਬੁਲਾਈ। ਸੋ ਹੁੰਦਾ ਕੀ ਆ, ਇਹ ਸਰਕਾਰ ਨੇ ਸਾਡੇ ਨਾਲ ਕੀਤਾ ਕੀ ਵੀ ਪਹਿਲਾਂ ਕਾਨੂੰਨ ਬਣਾਤੇ, ਲਾਗੂ ਵੀ ਨਹੀਂ ਕੀਤੇ ਹੋਏ ਸੀ ਹਜੇ ਪੂਰੀ ਤਰ੍ਹਾਂ, ਤਾਂ ਉਹਦਾ ਇਫੈਕਟ ਆਏ ਨਹੀਂ ਸੀ ਨਾ, ਤੇ ਅਸੀਂ ਉਹਦੇ ਲਈ ਸੰਘਰਸ਼ ਕੀਤਾ। 700 ਆਪਦੀਆਂ ਜਾਨਾਂ ਬੰਦੇ ਕੁਰਬਾਨ ਕਰ ਗਏ। ਇਹੋ ਜਿਹੇ ਸਿੰਘ ਆ ਉੱਥੋਂ ਦੇ, ਜਿਹੜੇ ਨਵੀਨ ਸਿੰਘ ਜੀ ਆ, ਆਪਣੇ ਜੱਗੀ ਬਾਬਾ ਜੀ ਆ, ਰਣਜੀਤ ਆ, ਹੈ ਨਾ, ਇਹੋ ਜਿਹੇ ਸਿੰਘ ਆ ਜਿਹੜੇ ਜਿਨ੍ਹਾਂ ਨੂੰ ਕ੍ਰੈਡਿਟ ਦੇਣਾ ਚਾਹੀਦਾ, ਜਿਨ੍ਹਾਂ ਨੇ ਸੰਘਰਸ਼ ਲੜਿਆ ਅਸਲੀ ਖੜ ਕੇ। ਸੋ ਇਹਨਾਂ ਬੰਦਿਆਂ ਨੇ ਉੱਥੇ ਕਿੱਡੀਆਂ ਕੁਰਬਾਨੀਆਂ ਕੀਤੀਆਂ। ਉਸ ਤੋਂ ਬਾਅਦ ਇੱਕ ਦਿਨ ਉਹ ਉੱਠੇ ਸਵੇਰੇ, ਔਰ ਮੈਂ ਤਾਂ ਇੱਥੋਂ ਤੱਕ ਗੱਲ ਸੁਣੀ ਵੀ
ਈਵਨ ਜਿਹੜੇ ਐਗਰੀਕਲਚਰਲ ਮਿਨਿਸਟਰ ਆ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਕਾਨੂੰਨ ਰੱਦ ਹੋ ਰਹੇ ਆ। ਉਹਨਾਂ ਨੇ ਵੀ ਟੀਵੀ ਤੇ ਸੁਣਿਆ। ਇਹ ਹਰ ਵੇਲੇ ਦੇਖੋ, ਇਹਨਾਂ ਨੇ ਉਸ ਵੇਲੇ ਵੀ ਜਦੋਂ ਇਹਨਾਂ ਨੇ ਨੋਟਬੰਦੀ ਕੀਤੀ ਆ ਉਦੋਂ ਵੀ ਐਂ ਕੀਤਾ ਸੀ। ਉਦੋਂ ਕਹਿੰਦੇ ਵੀ ਉਸ ਵੇਲੇ ਫਾਈਨੈਂਸ ਮਿਨਿਸਟਰ ਨੂੰ ਵੀ ਨਹੀਂ ਪਤਾ ਸੀ, ਇੱਥੇ ਐਗਰੀਕਲਚਰ ਮਿਨਿਸਟਰ ਨੂੰ ਵੀ ਨਹੀਂ ਪਤਾ ਸੀ ਵੀ ਕਾਨੂੰਨ ਰੱਦ ਹੋ ਰਹੇ ਆ। ਤੇ ਉਹ ਰਾਤ ਨੂੰ ਮਤਲਬ ਅਸੀਂ ਸਵੇਰੇ ਸੁੱਤੇ ਪਏ ਆ, ਲੋਕ ਲੀਡਰ ਵੀ ਸੁੱਤੇ ਪਏ ਆ ਤੇ ਕਾਨੂੰਨ ਰੱਦ ਹੋ ਗਏ ਤੇ ਅਸੀਂ ਉਸ ਤੋਂ ਬਾਅਦ ਜਿੱਤ ਮਨਾਉਂਦੇ ਵਾਪਸ ਆ ਰਹੇ ਆ। ਚਲੋ ਸੈਂਸ ਆਫ ਵਿਕਟਰੀ ਬੜੀ ਇੰਪੋਰਟੈਂਟ ਆ, ਪਰ ਉਹਦੇ ਪਿੱਛੇ ਕੀ ਚੱਲ ਰਿਹਾ ਇਹ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ। ਇਹ ਤੋਂ ਬਿਨਾਂ ਅਸੀਂ ਖਤਾ ਖਾ ਜਾਾਂਗੇ। ਦੀਪ ਭਾਈ, ਲੱਗਦਾ ਨਹੀਂ ਕਿ ਥੋੜਾ ਚਿਰ ਹੋਰ ਵੇਟ ਕਰ ਲੈਂਦੇ ਤੇ ਸ਼ਾਇਦ ਸਭ ਕੁਝ ਮਿਲ ਸਕਦਾ ਸੀਗਾ? ਦੇਖੋ, ਇਹ ਨਹੀਂ ਗੱਲ ਹੁੰਦੀ। ਵੇਟ ਜਦੋਂ ਲੀਡਰਸ਼ਿਪ ਕੋਲੇ ਨਾ ਵਿਜ਼ਨਰੀ ਹੋਣਾ ਉਹਨਾਂ ਦਾ ਬਹੁਤ ਜ਼ਰੂਰੀ ਹੈ। ਲੀਡਰਸ਼ਿਪ ਕੀ ਹੁੰਦੀ ਹੈ? ਲੀਡਰਸ਼ਿਪ ਆਮ ਲੋਕਾਂ ਵਾਂਗੂ ਨਹੀਂ ਸੋਚਦੀ। ਲੀਡਰਸ਼ਿਪ ਦੂਰਦਰਸ਼ੀ ਹੁੰਦੀ ਆ। ਉਹਨਾਂ ਕੋਲੇ ਵਿਜ਼ਨ ਹੁੰਦਾ, ਉਹਨਾਂ ਨੇ 10 ਸਾਲ 20 ਸਾਲ ਅੱਗੇ ਦੀ ਸੋਚਣੀ ਹੁੰਦੀ ਆ। ਸੋ ਹੋ ਤਾਂ ਬੜਾ ਕੁਝ ਸਕਦਾ ਸੀ, ਪਰ ਜੋ ਹੋਇਆ ਉਹ ਵੀ ਗੁਰੂ ਦੀ ਬਖਸ਼ ਨਾਲ ਹੋਇਆ। ਅੱਜ ਉਹਦੇ ਸ਼ੁਕਰਾਨੇ 'ਚ ਰਹਿ ਕੇ ਇਸ ਸੈਂਸ ਆਫ ਵਿਕਟਰੀ ਨੂੰ ਇੰਜੋਏ ਕਰੀਏ। ਪਰ ਆਉਣ ਵਾਲੇ ਸਮੇਂ 'ਚ ਅਸੀਂ ਕੀ ਸਿਰਜ ਸਕਦੇ ਹਾਂ, ਇਹਦੇ ਲਈ ਸਾਨੂੰ ਇਕੱਠੇ ਹੋ ਕੇ ਤੇ ਬੜੀ ਸੁਹਿਰਦਤਾ ਨਾਲ ਚੱਲਣਾ ਪਊਗਾ। ਸਾਡੇ ਇੰਟੈਲੈਕਚੁਅਲ ਕੈਲੀਬਰ ਨੂੰ ਵੀ ਚੱਕਣਾ ਪਊਗਾ ਤੇ ਸਾਨੂੰ ਵਿਜ਼ਨਰੀ ਅਪਰੋਚ ਵੀ ਰੱਖਣੀ ਪਊਗੀ। ਇਹ ਕਹਿਣਾ ਚਾਹਾਂਗਾ ਕਿ ਜੇ ਮੋਰਚਾ ਜਿੱਤਿਆ ਆ ਤੇ ਫਿਰ ਸਿੰਘਾਂ ਕਰਕੇ ਹੀ ਜਿੱਤਿਆ। ਜੇ ਸਿੰਘ ਨਾ ਹੁੰਦੇ ਤੇ ਕਦੋਂ ਦਾ ਮੋਰਚਾ ਕਦੋਂ ਦਾ ਚੁਕਾ ਦੇਣਾ ਸੀ ਮੋਦੀ ਨੇ ਮੋਰਚਾ। ਜੀ ਅੱਜ ਸਿੰਘਾਂ ਦੀ ਇੱਕ ਵੱਡੀ ਜਿੱਤ ਹੋਈ ਹੈ, ਪਾਲਕੀ ਸਾਹਿਬ ਦੇ ਰੂਪ ਵਿੱਚ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਜੇ, ਕੀ ਕਹੋਗੇ? ਇਹ ਕਹਿਣਾ ਚਾਹਾਂਗਾ ਠੀਕ ਹੈ, ਜਿੱਤ ਹੋਈ ਹੈ, ਕਿਸਾਨਾਂ ਦੀ ਹੋਈ ਹੈ, ਪਰ ਹਲੇ ਅਧੂਰੀ ਜਿੱਤ ਹੋਈ ਹੈ ਜੀ। ਹਲੇ ਸਾਨੂੰ ਮਜ਼ਦੂਰਾਂ ਦਾ ਵੀ ਸਾਨੂੰ ਕੰਟਰੋਲ ਆਫ ਰੇਟ ਦਾ ਕਾਨੂੰਨ ਲਿਆਉਣਾ ਚਾਹੀਦਾ ਜੀ। ਤੇ ਕੱਲ ਨੂੰ ਇੱਥੇ ਕਿਸਾਨਾਂ ਨੂੰ ਤੇ MSP ਮਿਲ ਗਈ। ਕੰਪਨੀਆਂ ਕਿਸਾਨਾਂ ਕੋਲ ਲੈ ਕੇ 200 ਰੁਪਏ ਕਿਲੋ ਵੇਚਣ, 250 ਰੁਪਏ ਕਿਲੋ ਵੇਚਣ, ਤੇ ਕੰਪਨੀਆਂ ਨੇ ਤਾਂ ਕਹਿਣਾ ਨਾ ਆਪਾਂ MSP ਤੇ ਲੈ ਲਿਆ, ਆਪਾਂ ਹੁਣ ਜਿਹੜੇ ਮਰਜ਼ੀ ਰੇਟ ਤੇ ਵੇਚੀਏ। ਤੇ ਬਾਅਦ ਚ ਫਿਰ ਜਿਹੜਾ 25-25 ਰੁਪਏ ਕਿਲੋ ਨਹੀਂ ਖਾ ਸਕਦਾ ਆਟਾ। ਮਜ਼ਦੂਰਾਂ ਦੀ ਆਵਾਜ਼ ਹੁਣ ਹੋਰ ਬੁਲੰਦ ਕਰਨੀ ਚਾਹੀਦੀ, ਲੋੜ ਹੈ ਕਰਨੀ ਚਾਹੀਦੀ ਹੈ। 32 ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਮਜ਼ਦੂਰਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ। ਵਾਹਿਗੁਰੂ ਜੀ, ਅੱਜ ਮੋਰਚਾ ਫਤਿਹ ਕਰਕੇ ਪਹੁੰਚੇ ਜੇ, ਨਤਮਸਤਕ ਹੋਣ ਆਏ ਜੇ, ਤੁਹਾਡੀ ਟਰਾਲੀ ਦੇ ਉੱਤੇ ਮੋਰਚੇ ਦੀ ਸ਼ੁਰੂਆਤ ਹੋਈ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਸਾਲ ਤੋਂ ਕਿਸਾਨੀ ਵੱਖ-ਵੱਖ ਬਾਰਡਰਾਂ ਤੇ ਲੜ ਰਹੀ ਸੀ। ਇਹ ਲੜਾਈ ਜਿਹੜੀ ਕਿਰਤ ਦੀ ਲੜਾਈ ਸੀਗੀ, ਖੇਤੀ ਦੀ ਲੜਾਈ ਸੀਗੀ, ਜਿਹੜੀ ਸਰਕਾਰ ਨੇ 3 ਕਾਲੇ ਕਾਨੂੰਨ ਲਿਆਂਦੇ ਸੀ ਉਸ ਦੇ ਵਾਸਤੇ ਮੋਰਚੇ ਲੱਗੇ ਸੀ ਤੇ ਉਹ ਜਿਹੜੇ 3 ਕਾਲੇ ਕਾਨੂੰਨ ਰੱਦ ਹੋ ਗਏ। ਤੇ ਅੱਜ ਅਸੀਂ ਇਹ ਕਿਸਾਨ ਮਜ਼ਦੂਰ ਖਾਲਸਾ ਫਤਿਹ ਮਾਰਚ ਲੈ ਕੇ ਅਸੀਂ ਦਰਬਾਰ ਸਾਹਿਬ ਪਹੁੰਚੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਅੱਜ ਇੱਥੇ ਅਰਦਾਸ ਹੋਊਗੀ ਚੜ੍ਹਦੀ ਕਲਾ ਦੀ। ਜਿਹੜੇ ਅਸੀਂ ਉੱਥੇ ਮੋਰਚਾ ਜਿੱਤ ਗਏ ਆ ਤੇ ਜਿਹੜੇ ਨੌਜਵਾਨ ਉੱਥੇ ਸ਼ਹੀਦ ਹੋਏ ਆ ਉਹਨਾਂ ਦੀ ਇੱਥੇ ਅਰਦਾਸ ਕੀਤੀ ਹੈ ਕਿ ਮਹਾਰਾਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਈ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਤੇ ਸਾਡੇ ਇਸ ਕੌਮ ਦੇ ਵਿੱਚ ਹੋਰ ਜੁਝਾਰੂ ਸਿੰਘ ਪੈਦਾ ਹੋਣ ਕਿ ਆਉਣ ਵਾਲੀਆਂ ਜੇ ਕੋਈ ਇਦਾਂ ਦੀਆਂ ਚੁਣੌਤੀਆਂ ਹੋਣ ਅਸੀਂ ਉਹਦਾ ਡਟ ਕੇ ਮੁਕਾਬਲਾ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਪਾਲਕੀ ਸਾਹਿਬ 'ਚ ਸੁਸ਼ੋਭਿਤ ਹੋ ਕੇ ਮੋਰਚਾ ਫਤਿਹ ਕਰਕੇ ਆ ਰਹੇ ਆ, ਲੇਕਿਨ ਕਿਸਾਨ ਪਹਿਲਾਂ ਹੀ ਇੱਥੇ ਆ ਕੇ ਨਤਮਸਤਕ ਹੋ ਗਏ। ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਨਾਲ ਆਉਣਾ ਚਾਹੀਦਾ ਸੀ? ਨਹੀਂ, ਬਿਲਕੁਲ। ਦੇਖੋ, ਉਹਨਾਂ ਨੂੰ ਕੋਈ ਰੁਝੇਵੇਂ ਹੋਣਗੇ, ਉਹ ਪਹਿਲਾਂ ਆ ਗਏ ਤੇ ਅਸੀਂ ਤਾਂ ਦੇਖੋ ਮਹਾਰਾਜ ਦੇ ਹਾਜ਼ਰ ਨਾਜ਼ਰ ਪਹਿਲੇ ਦਿਨ ਤੋਂ ਚੱਲੇ ਹੋਵਾਂ ਤੇ ਅਸੀਂ ਉਸ ਮਹਾਰਾਜ ਨੂੰ ਨਹੀਂ ਭੁਲਾ ਸਕਦੇ, ਕਦੀ ਵੀ ਨਹੀਂ ਭੁਲਾ ਸਕਦੇ। ਅਸੀਂ ਤਾਂ ਉੱਥੇ ਮਹਾਰਾਜ ਨੂੰ, ਕਿਉਂਕਿ ਪਹਿਲੇ ਦਿਨ ਤੋਂ ਉੱਥੇ ਪਾਠ ਹੋ ਰਿਹਾ ਆ, ਮਹਾਰਾਜ ਦੇ ਉੱਥੇ ਸਰੂਪ ਸੀਗੇ ਤੇ ਇਸ ਕਰਕੇ ਅਸੀਂ ਉਹਨਾਂ ਦੇ ਮਹਾਰਾਜ ਦੇ ਸਰੂਪਾਂ ਨੂੰ ਨਾਲ ਲੈ ਕੇ ਇੱਥੇ ਦਰਬਾਰ ਸਾਹਿਬ ਆਏ ਹਾਂ। ਤੇ ਬਾਕੀ ਸਾਰੇ ਸਤਿਕਾਰਯੋਗ ਹੈ ਮੇਰੇ ਵੀਰ, ਜਿੰਨੇ ਵੀ ਆਪਾਂ ਹੈਗੇ ਆ। ਅਰਦਾਸ ਕਰੀਏ ਚੜ੍ਹਦੀ ਕਲਾ ਦੀ ਵੀ ਸਾਡਾ ਜਿਹੜਾ ਭਾਰਤ ਆ ਉਹ ਬਸਦਾ ਰਵੇ ਤੇ ਕੋਈ ਵੀ ਜ਼ਾਲਮ ਸਰਕਾਰ ਕੋਈ ਇਦਾਂ ਦੇ ਕਾਨੂੰਨ ਨਾ ਬਣਾ ਸਕੇ ਜਿਹਦੇ ਨਾਲ ਇੱਕ ਕਿਸਾਨ ਜਾਂ ਹਰੇਕ ਵਰਗ ਬਿਜ਼ਨਸਮੈਨ ਉਹਨੂੰ ਘਾਟਾ ਪਵੇ। ਫਿਰ ਤਾਂ ਫਾਇਦਾ ਹੀ ਨਹੀਂ ਸੀ ਬਾਈ, ਫਿਰ ਤਾਂ ਨਾ ਲੜੋ, ਫਿਰ ਤਾਂ ਲੋੜ ਹੀ ਨਹੀਂ ਸੀਗੀ। ਫਿਰ ਇਹਦਾ ਇਹਨਾਂ ਜ਼ਿੰਮੇਵਾਰ ਕੌਣ ਨੇ? ਕੀ ਸੈਂਟਰ ਜ਼ਿੰਮੇਵਾਰ ਹੈ? ਕੀ ਇਕੱਲਾ ਮੋਦੀ ਜ਼ਿੰਮੇਵਾਰ ਹੈ? ਕੀ ਬਾਦਲ ਨਹੀਂ ਜ਼ਿੰਮੇਵਾਰ? ਕੀ ਕਾਂਗਰਸ ਨਹੀਂ ਜ਼ਿੰਮੇਵਾਰ? ਪਰ ਸਾਡੇ ਲੋਕਾਂ ਦਾ ਬਾਈ ਕਿੱਥੇ ਚਲਿਆ ਗਿਆ ਜ਼ਮੀਰ? ਯਾਰ ਕਿਉਂ ਨਹੀਂ ਇਹ ਸੋਚਦੇ ਕਿ ਇਹਨਾਂ ਨੇ ਤਬਾਹ ਕਰਤਾ ਪੰਜਾਬ। ਆਉਣ ਵਾਲੇ ਸਮੇਂ ਦੇ ਵਿੱਚ ਜੇ ਅੱਜ ਨਾ ਅਸੀਂ ਸੰਭਲੇ, ਨਾ ਲੜਾਈ ਲੜੀ, ਨਾ ਇਕੱਠੇ ਹੋਏ, ਇਹ ਪੰਜਾਬ ਬਾਈ ਰਹਿਣ ਯੋਗ ਰਹਿਣਾ ਹੀ ਨਹੀਂ। ਇਹਦੇ ਜਿੰਨੇ ਵੀ ਸਾਡੇ ਆਪਾਂ ਕੁਦਰਤੀ ਸਰੋਤ ਆ, ਚਾਹੇ ਪਾਣੀ ਹੋਣ, ਚਾਹੇ ਹਵਾਵਾਂ ਹੋਣ, ਚਾਹੇ ਧਰਤੀ ਹੋਵੇ, ਸਭ ਕੁਝ ਜ਼ਹਿਰੀਲਾ ਹੋ ਚੁੱਕਿਆ ਬਾਈ। ਜਵਾਨੀ ਬਾਹਰਲੇ ਮੁਲਕਾਂ ਨੂੰ ਭੱਜ ਰਹੀ ਹੈ, ਘਰ ਸੁੰਨੇ ਹੋ ਰਹੇ ਨੇ, ਜਵਾਨੀ ਚੱਟਿਆਂ ਦੇ ਰਾਹ ਪੈ ਕੇ ਮਰ ਰਹੀ ਹੈ। ਸਾਡੇ ਪੱਲੇ ਰਿਹਾ ਕੀ ਹੈ? ਦਿਖਦਾ ਕੋਈ ਚੰਗਾ ਤੁਹਾਨੂੰ ਕੋਈ ਰੌਸ਼ਨ ਭਵਿੱਖ ਦਿਖਦਾ ਕਿ ਆਉਣ ਵਾਲਾ ਸਮਾਂ ਵਧੀਆ ਦਿਖਦਾ ਹੋਵੇ?
ਚਲੋ ਬਾਈ ਅਸੀਂ ਤਾਂ ਕਹਿੰਦੇ ਆ ਪ੍ਰਮਾਤਮਾ ਸਭ ਦਾ ਭਲਾ ਕਰੇ। ਸਾਡੇ ਖਿਲਾਫ ਬੋਲਣ ਵਾਲਿਆਂ ਦਾ ਵੀ, ਸਾਡੇ ਹੱਕ 'ਚ ਬੋਲਣ ਵਾਲਿਆਂ ਦਾ ਵੀ, ਸਭ ਦਾ ਭਲਾ ਚਾਹੀਦਾ। ਅਸੀਂ ਤਾਂ ਮੈਂ ਕਹਿੰਦਾ ਇਸ ਤਰ੍ਹਾਂ ਦੇ ਮਾਹੌਲ ਨੂੰ ਆਪਾਂ ਨਾ ਪੇਸ਼ ਕਰੀਏ ਕਿ ਅਸੀਂ ਦਫਾੜ ਆ, ਅਸੀਂ ਦੋ ਪਾਸੇ ਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਨੀਤ ਨੂੰ ਮੁਰਾਦਾਂ ਹੁੰਦੀਆਂ ਨੇ ਹਮੇਸ਼ਾ। ਨੇਕ ਨੀਤ ਨੂੰ ਪ੍ਰਮਾਤਮਾ ਵੀ ਉਹਦੀ ਬਾਂਹ ਫੜਦਾ। ਜਿਹੜੇ ਬੰਦੇ ਨੇਕ ਨੀਤੀ ਨਾਲ ਲੱਗੇ ਹੋਏ ਆ, ਦਿਲੋਂ ਲੱਗੇ ਹੋਏ ਆ, ਇਮਾਨਦਾਰੀ ਨਾਲ ਲੱਗੇ ਹੋਏ ਆ, ਉਹਨਾਂ ਨੂੰ ਪ੍ਰਮਾਤਮਾ ਵੀ ਉੱਪਰ ਚੱਕ ਕੇ ਲਿਆਉਂਦਾ। ਮੈਂ ਹਮੇਸ਼ਾ ਇਹ ਗੱਲ ਦੇਖੀ ਆ ਕਿ ਕੋਈ ਬੰਦਾ ਕਿਸੇ ਨੂੰ ਕੱਟ ਕੇ, ਕਿਸੇ ਨੂੰ ਮਿੱਧ ਕੇ ਅੱਗੇ ਨਹੀਂ ਜਾ ਸਕਦਾ। ਇਹ ਭੁਲੇਖਾ ਹੁੰਦਾ ਬੰਦੇ ਦਾ ਵੀ ਯਾਰ ਮੈਂ ਉਹ ਬੰਦਾ ਨਾ ਮੇਰਾ ਰਾਹ ਕੱਟ ਦੇ, ਉਹ ਬੰਦਾ ਨਾ ਮੈਥੋਂ ਅੱਗੇ ਲੰਘ ਜੇ। ਨਹੀਂ, ਤੁਸੀਂ ਆਪਣੀ ਨੇਕ ਨੀਤੀ ਨਾਲ ਕੰਮ ਕਰਦੇ ਰਹੋ, ਪ੍ਰਮਾਤਮਾ ਤੁਹਾਨੂੰ ਸਾਰਾ ਕੁਝ ਬਖਸ਼ਦਾ। ਸੋ ਇਹ ਮੈਂ ਸਾਰਿਆਂ ਨੂੰ ਕਹਿਣਾ ਚਾਹੂੰਗਾ, ਕਦੇ ਵੀ ਮਨ ਦੇ ਵਿੱਚ ਸਾਡੇ ਨਹੀਂ ਰੱਖਣਾ ਚਾਹੀਦਾ ਯਾਰ ਉਹ ਅੱਗੇ ਨਾ ਆ ਜੇ, ਮੈਂ ਨਾ ਪਿੱਛੇ ਰਹਿ ਜਾ। ਆਮ ਤੌਰ 'ਤੇ ਸਾਡੀ ਜਿਹੜੀ ਹੁਣ ਤੱਕ ਖਿੱਚੋਤਾਣ ਚੱਲਦੀ ਰਹੀ ਹੈ, ਅਸੀਂ ਇੱਕ ਦੂਜੇ ਨੂੰ ਲੱਤਾਂ ਹੀ ਖਿੱਚਦੇ ਰਹੇ ਹਾਂ ਵੀ ਉਹ ਨਾ ਅੱਗੇ ਆ ਜੇ, ਉਹ ਸਟੇਜ 'ਤੇ ਨਾ ਆ ਜੇ, ਉਹ ਚੈਨਲ 'ਤੇ ਨਾ ਆ ਜੇ, ਉਹ ਸੁਰਖੀਆਂ 'ਚ ਨਾ ਆ ਜੇ। ਸੁਰਖੀਆਂ 'ਚ ਲਿਆਉਣ ਵਾਲਾ ਪ੍ਰਮਾਤਮਾ ਹੁੰਦਾ, ਉਹੀ ਤੁਹਾਨੂੰ ਉੱਪਰ ਚੜਾਉਣ ਵਾਲਾ ਤੇ ਉਹੀ ਤੁਹਾਨੂੰ ਥੱਲੇ ਲਾਉਣ ਵਾਲਾ। ਸੋ ਮੈਂ ਤਾਂ ਇਹ ਕਹਿਣਾ ਕਿ ਨੇਕ ਨੀਤੀ ਨਾਲ ਆਪਾਂ ਨੂੰ ਕੰਮ ਕਰਨਾ ਚਾਹੀਦਾ। ਇਹ ਸੀ ਲੱਖਾ ਸੇਦਾਨਾ ਜੋ ਕਿ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਆ। ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਆਏ ਆ। ਇਹਨਾਂ ਦੇ ਨਾਲ ਦੀਪ ਸਿੱਧੂ ਬਾਈ ਹੋਣੀ ਵੀ ਸੀ, ਤਾਂ ਹੋਰ ਵੀ ਕਈ ਨਿਹੰਗ ਸਿੰਘ ਜਥੇਬੰਦੀਆਂ ਸੀ, ਹੋਰ ਬਹੁਤ ਸਾਰੇ ਜਿਹੜੇ ਆ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਇੱਥੇ ਮੌਜੂਦ ਸੀ। ਪਾਲਕੀ ਸਾਹਿਬ ਦੇ ਰੂਪ ਦੇ ਵਿੱਚ ਇਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਆ, ਸ਼ੁਕਰਾਨਾ ਕਰਨ ਪਹੁੰਚੇ ਆ ਕਿ ਬਹੁਤ ਵੱਡੀ ਜਿੱਤ ਜਿਹੜੀ ਕਿਸਾਨੀ ਅੰਦੋਲਨ 'ਚੋਂ ਮਿਲੀ ਹੈ, ਜਿਸ ਦੇ ਚਲਦੇ ਇਹ ਸਾਰੇ ਜਾਣੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ਼ੁਕਰਾਨਾ ਅਰਦਾਸ ਕਰਨ ਵਾਸਤੇ ਪਹੁੰਚੇ ਹੋਏ ਆ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਵਿਜ਼ਨ ਪੰਜਾਬ ਟੀਵੀ, ਅੰਮ੍ਰਿਤਸਰ।